Viewers, welcome back to News TV 84 ਬ੍ਰੇਕ ਤੋਂ ਬਾਅਦ ਹੁਣ ਅਸੀਂ ਗੱਲਬਾਤ ਕਰਾਂਗੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਤੁਹਾਨੂੰ ਅਸੀਂ ਅੱਜ ਵੱਖ-ਵੱਖ 3-4 ਮੁੱਦੇ ਦੇ ਉੱਪਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਜਥੇਦਾਰਾਂ ਤੋਂ, ਜਿਸ ਤਰ੍ਹਾਂ ਐਕਸ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਿਹੜੇ ਕਿ ਆਪਣੇ ਗਲਤ ਫੈਸਲੇ ਕਾਰਨ ਪਿਛਲੇ 2 ਮਹੀਨਿਆਂ ਤੋਂ ਆਪਣੇ ਘਰ ਲੁਕੇ ਹੋਏ ਸੀ, ਪਰ ਜਿਸ ਤਰ੍ਹਾਂ ਹੁਣ ਉਹਨਾਂ ਨੇ ਬਾਕੀ ਜਥੇਦਾਰਾਂ ਨਾਲ ਮਿਲ ਕੇ ਅਕਾਲ ਤਖਤ ਸਾਹਿਬ ਤੇ ਵਾਪਸ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਵਾਪਸ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਨੇ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਕਿਉਂਕਿ ਇਹਦਾ ਸਿੱਧਾ ਜਵਾਬ ਇਹ ਆ ਕਿ ਜਿਹੜੇ ਜਥੇਦਾਰ ਸਾਹਿਬ ਨਵੇਂ ਥਾਪੇ ਗਏ ਸੀ ਉਹ ਇਸ ਵੇਲੇ ਕਾਰਜ ਵਿੱਚ ਨਹੀਂ ਹੈਗੇ, ਤੇ ਇਹ ਜਨਰਲੀ ਇਹ ਘਟਨਾਕ੍ਰਮ ਏਦਾਂ ਹੀ ਚੱਲਦਾ ਹੁੰਦਾ ਕਿ ਜਿਤਨੀ ਦੇਰ ਤੱਕ ਇਹ ਜਿਹੜੇ ਜਥੇਦਾਰ ਸਾਹਿਬ ਆ ਇਹਨਾਂ ਨੂੰ ਕੰਪਲੀਟਲੀ ਸੇਵਾ ਮੁਕਤ ਨਹੀਂ ਕਰ ਦਿੱਤਾ ਜਾਂਦਾ ਤੇ ਉਨੀ ਦੇਰ ਤੱਕ ਇਹ ਆਪਣਾ ਜਿਹੜਾ ਕਾਰਜ ਆ ਇਹ ਏਦਾਂ ਹੀ ਸੰਗਤਾਂ 'ਚ ਭੁਲੇਖਾ ਪਾਉਣ ਨੂੰ ਕਰਦੇ ਰਹਿਣਗੇ। ਤੇ ਅਸੀਂ ਪਹਿਲਾਂ ਹੀ ਬਹੁਤ ਦੇਰ ਪਹਿਲਾਂ ਤੋਂ ਹੀ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਪੰਥ ਤੁਹਾਡੇ ਫੈਸਲਿਆਂ ਨੂੰ ਪਸੰਦ ਨਹੀਂ ਕਰਦਾ, ਤੁਹਾਡੀ ਕਾਰਜਸ਼ੈਲੀ ਨੂੰ ਪਸੰਦ ਨਹੀਂ ਕਰਦਾ, ਤੇ ਤੁਸੀਂ ਕਿਰਪਾ ਕਰਕੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਲਾਂਭੇ ਹੋ ਜਾਓ। ਪਰ ਉਹ ਸ਼ਾਇਦ ਇਹ ਗੱਲ ਸੁਣਨ ਨੂੰ ਤਿਆਰ ਨਹੀਂ। ਜੀ ਤਾਂ ਵੀਰ, ਜਿਸ ਤਰ੍ਹਾਂ ਹੁਣ ਇਹ ਵਾਪਿਸ ਆ ਗਏ ਨੇ ਅਕਾਲ ਤਖਤ ਸਾਹਿਬ ਤੇ, ਬਿਕੋਜ਼ ਕਾਫੀ ਜਿਸ ਤਰ੍ਹਾਂ ਗੱਲ ਕੀਤੀ ਕਾਫੀ ਸਿੱਖਾਂ ਨੂੰ ਸਾਬੋਟੇਜ ਜਾਂ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ ਜਿਹੜੇ ਆਪਣੇ ਹੁਣ ਡਿਸੀਜਨਸ ਲੈਣਗੇ ਆਉਣ ਵਾਲੇ ਸਮੇਂ ਦੇ ਵਿੱਚ, ਕੀ ਸਾਨੂੰ ਉਸ ਤੇ ਹਾਂ ਪੱਖੀ ਹੋਣਾ ਚਾਹੀਦਾ ਕਿ ਨਹੀਂ? ਨਹੀਂ, ਦੇਖੋ ਜੀ ਇਸ਼ੂ ਇਹ ਆ ਜੀ ਕਿ ਇਹ ਕੋਈ ਨਾ ਕੋਈ ਏਦਾਂ ਦਾ ਵਸੀਲਾ ਲੱਭ ਕੇ, ਕਿਉਂਕਿ ਹੁਣ ਪਿੱਛੇ ਜਿਹੜੀ ਇਹਨਾਂ ਨੇ ਮੀਟਿੰਗ ਕੀਤੀ ਆ ਉਹਦੇ ਵਿੱਚ ਸੀ ਕਿ ਉੱਥੇ ਦੁਬਈ ਦੇ ਵਿੱਚ ਕਿਸੇ ਨੇ ਅਰਦਾਸ ਚੇਂਜ ਕਰ ਦਿੱਤੀ ਹੈ ਜਦ ਕਿ ਉਹਨਾਂ ਨੇ ਇਹਦੀ ਮਾਫੀ ਮੰਗ ਲਈ ਆ। ਤੇ ਦੂਸਰਾ ਇਹ ਹੈਗਾ ਕਿ ਜਿਹੜੀਆਂ ਦੇਸ਼ ਵਿਦੇਸ਼ 'ਚ ਕਿਤੇ ਨਾ ਕਿਤੇ ਸਿੱਖਾਂ ਦੇ ਪ੍ਰਤੀ ਕੋਈ ਘਟਨਾਵਾਂ ਘਟਦੀਆਂ, ਅਸਲ 'ਚ ਇਹ ਉਹਨਾਂ ਸਾਰੀਆਂ ਨੂੰ ਹੀ ਕੈਸ਼ ਆਨ ਕਰਕੇ ਆਪਣਾ ਜਿਹੜਾ ਅਹੁਦਾ ਆ ਉਹਨੂੰ ਫਿਰ ਤੋਂ ਉਹ ਬਣਾਈ ਰੱਖਣਾ ਚਾਹੁੰਦੇ ਆ ਔਰ ਲੋਕਾਂ ਵਿੱਚ ਇਹ ਜਾਣ ਦੀ ਕੋਸ਼ਿਸ਼ ਕਰ ਰਹੇ ਆ। ਫਿਰ ਇਹਨਾਂ ਨੂੰ ਬੇਨਤੀ ਆ ਕਿ ਲੋਕਾਂ ਦਾ ਜਿਹੜਾ ਹੈਗਾ ਪੰਥ ਦਾ ਮੈਂਡੇਟ ਹੈ ਉਹ ਖੋ ਚੁੱਕੇ ਆ। ਇਹਨਾਂ ਨੂੰ ਖਾਲਸਾ ਪੰਥ ਨੇ ਬੁਰੀ ਤਰ੍ਹਾਂ ਇਹਨਾਂ ਦੇ ਫੈਸਲਿਆਂ ਕਰਕੇ ਨਕਾਰਿਆ ਹੋਇਆ, ਤੇ ਇਹਨਾਂ ਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਜਿਹੜੇ ਅਹੁਦੇ ਹੈਗੇ ਆ ਇਹਨਾਂ ਤੋਂ ਅਸਤੀਫੇ ਦੇ ਕੇ ਇਹਨਾਂ ਤੋਂ ਪਾਸੇ ਹੋ ਜਾਣ। ਜੀ ਬਿਲਕੁਲ, ਕਿਉਂਕਿ ਕਾਫੀ ਸਾਰੇ ਡਿਸੀਜਨਸ ਲੈ ਰਹੇ ਨੇ, ਦੈਟਸ ਵਾਈ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀਗਾ। ਤੇ ਵੀਰ ਜੀ, ਹੁਣ ਅਸੀਂ ਬਾਕੀ ਮੁੱਦੇ ਦੇ ਉੱਪਰ ਗੱਲਬਾਤ ਕਰਦੇ, ਜਿਸ ਤੁਸੀਂ ਜਾਣਦੇ ਕਿ 2017 ਦੀਆਂ ਚੋਣਾਂ ਆਉਣ ਵਾਲੀਆਂ ਨੇ। ਇਹਨਾਂ ਤੋਂ ਜੋ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਕਾਫੀ ਸਾਰੀਆਂ ਪਾਰਟੀਆਂ ਡਰ ਗਈਆਂ, ਜਿੱਦਾਂ ਕਾਂਗਰਸ, ਅਕਾਲੀ ਤੇ ਆਮ ਆਦਮੀ ਪਾਰਟੀ ਵੀ ਕਾਫੀ ਡਰੀ ਹੋਈ ਹੈ ਇਸ ਵੇਲੇ। ਕਾਂਗਰਸ ਪਹਿਲਾਂ ਤਾਂ ਬਾਦਲ ਸਰਕਾਰ ਨੇ ਆਪਣੀ ਸਦਭਾਵਨਾ ਰੈਲੀਜ਼ ਕੱਢੀਆਂ, ਫਿਰ ਹੁਣ ਕਾਂਗਰਸ ਵੀ ਰੈਲੀਜ਼ ਕੱਢ ਰਹੇ ਨੇ, ਆਪਣੀ ਕਰ ਰਹੇ ਨੇ। ਐਂਡ ਜਿਸ ਤੁਸੀਂ ਜਾਣਦੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੀ ਪੰਜਾਬ ਵੱਲ ਨੂੰ ਵੇਖ ਰਹੇ ਨੇ, ਪਰ ਇਸ ਵੇਲੇ ਕੋਈ ਸਾਡੀ ਪੰਥਕ ਤੇ ਆਪਣੀ ਕੋਈ ਦਿਖਦੀ ਨਹੀਂ ਰਹੀ, ਕੋਈ ਸਾਹਮਣੇ ਨਹੀਂ ਆ ਰਿਹਾ। ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਵੋਟਾਂ ਨੇ ਕਿੱਧਰ ਨੂੰ ਜਾਣਗੀਆਂ ਤੁਹਾਡੇ ਖਿਆਲ ਦੇ ਨਾਲ? ਅਜੇ ਕੁਝ ਵੀ ਕਹਿਣਾ ਇਹਦੇ ਬਾਰੇ ਮੁਸ਼ਕਿਲ ਆ ਜੀ। ਹਰ ਪਾਰਟੀ, ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ, ਇਹ ਪੂਰੇ ਇਸ ਗੱਲ ਦੇ ਯਤਨ 'ਚ ਨੇ ਕਿ ਅਸੀਂ ਕੋਈ ਨਾ ਕੋਈ ਪਬਲਿਕ ਵਿੱਚ ਵੱਧ ਚੜ੍ਹ ਕੇ ਜਿਹੜੀਆਂ ਲੋਕਾਂ ਦੀਆਂ ਵੱਧ ਤੋਂ ਵੱਧ ਵੋਟਾਂ ਉਹਨਾਂ ਨੂੰ ਲੈ ਸਕੀਏ। ਇਸ ਗੱਲ ਨੂੰ ਅਸੀਂ ਸਰਬੱਤ ਖਾਲਸੇ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ। ਸਰਬੱਤ ਖਾਲਸਾ ਇੰਟਾਇਰਲੀ ਪੰਥ ਦਾ ਅੰਦਰੂਨੀ ਮਾਮਲਾ ਹੈ, ਤੇ ਖਾਲਸਾ ਪੰਥ ਨੂੰ ਜਦੋਂ ਵੀ ਕੋਈ ਚੁਣੌਤੀਆਂ ਦਰਪੇਸ਼ ਹੁੰਦੀਆਂ ਤੇ ਉਹਦਾ ਵੱਡਾ ਹਿੱਸਾ ਜਿਹੜਾ ਇਕੱਠਾ ਹੋ ਕੇ ਜਾਂ ਕਿਸੇ ਹੋਰ ਰੂਪ ਵਿੱਚ ਇਕੱਠੇ ਹੋ ਕੇ ਨੁਮਾਇੰਦਾ ਇਕੱਠ ਦੇ ਵਿੱਚ ਖਾਲਸਾ ਪੰਥ ਆਪਣੇ ਜਿਹੜੇ ਮਸਲੇ ਆ ਉਹਨਾਂ ਨੂੰ ਵਿਚਾਰਨ ਦੇ ਲਈ ਅੱਗੇ ਆਉਂਦਾ। ਪਿਛਲੇ ਦਿਨਾਂ 'ਚ ਜਿਹੜਾ ਸਰਬੱਤ ਖਾਲਸਾ ਦਾ ਮਤਲਬ ਆਯੋਜਨ ਹੋਇਆ ਸੀ ਉਹਦੇ ਵਿੱਚ ਮੇਨ ਮੁੱਦਾ ਜਿਹੜਾ ਸੀ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸੀਗਾ, ਤੇ ਦੂਸਰਾ ਜਿਹੜਾ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਬਾਰੇ, ਇਹੀ ਮੇਨ ਇਸ਼ੂ ਸੀ। ਬਾਕੀ ਜਦੋਂ ਕੋਈ ਨਾ ਕੋਈ ਇਕੱਠ ਹੁੰਦਾ, ਜਿਹੜੇ ਮੌਜੂਦਾ ਸਮੇਂ 'ਚ ਉਸਲੇ ਪੰਥ ਨੂੰ ਦਰਪੇਸ਼ ਮਸਲੇ ਹੁੰਦੇ ਉਹ ਵੀ ਸਾਹਮਣੇ ਆ ਜਾਂਦੇ ਆ। ਪਰ ਬੇਸਿਕ ਇਹਨਾਂ 2 ਇਸ਼ੂਜ਼ ਤੇ ਹੀ ਗੱਲ ਹੋਈ ਸੀ,
ਤੇ ਜਿਹੜੀ ਮੇਰਾ ਇਹ ਖਿਆਲ ਹੈ ਕਿ ਸਾਨੂੰ ਹਾਲਾਂਕਿ ਅਸੀਂ ਇਹ ਵੀ ਇੱਕ ਸਿਆਸੀ ਇਸ਼ੂ ਆ, ਪਰ ਸਰਬੱਤ ਖਾਲਸੇ ਨੂੰ ਜਿਹੜਾ ਪੰਜਾਬ ਦੀ ਮੌਜੂਦਾ ਹਾਲਾਤ ਆ, ਮੌਜੂਦਾ ਹਾਲਾਤ ਤੋਂ ਮੇਰਾ ਭਾਵ ਹੈ ਕਾਂਗਰਸ ਜਾਂ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ, ਇਹ ਉਹਦੇ ਵਿੱਚ ਦੀ ਨਹੀਂ ਦੇਖਿਆ ਜਾਣਾ ਚਾਹੀਦਾ। ਇੱਕ ਅਲੱਗ ਇਸ਼ੂ ਆ ਤੇ ਅਗਰ ਅਸੀਂ ਇਸ ਤਰ੍ਹਾਂ ਦੇਖਣ ਲੱਗ ਪਏ ਤੇ ਸਰਬੱਤ ਖਾਲਸੇ ਦੇ ਨਾਲ ਜਿਹੜਾ ਉੱਥੇ ਦਾ ਚਿਗਰਦਾ ਆ ਉਹ ਵੀ ਅਟੈਚ ਹੋ ਜਾਊਗਾ। ਤੇ ਸਰਬੱਤ ਖਾਲਸਾ ਦੁਨੀਆ ਦੇ ਵਿੱਚ ਜਿੱਥੇ ਵੀ ਧਰਤੀ ਤੇ ਸੰਗਤ ਵਸਦੀ ਆ ਜਾਂ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦੇ ਨੇ, ਇਹ ਉਹਨਾਂ ਦਾ ਇਸ਼ੂ ਆ। ਜੀ ਨਵੀਂ ਜੀ, ਮੈਂ ਸਰਬੱਤ ਖਾਲਸੇ ਗੱਲ ਤਾਂ ਕੀਤੀ ਸੀ ਕਿਉਂਕਿ ਤੁਸੀਂ ਗੱਲ ਕੀਤੀ ਕਿ ਸਿੱਖਾਂ ਦੇ ਜਿਹੜੇ ਦਰਪੇਸ਼ ਮਸਲੇ ਨੇ ਉਹਨਾਂ ਦੇ ਉੱਪਰ ਗੱਲਬਾਤ ਹੁੰਦੀ ਹੈ, ਪਰ ਜਿਸ ਤਰ੍ਹਾਂ ਬਿਗੇਸਟ ਪ੍ਰੋਬਲਮ ਦਾ ਵੀ ਆਰ ਫੇਸਿੰਗ ਰਾਈਟ ਨਾਓ, ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਸੀਂ ਫੇਸ ਕਰਦੇ ਪਏ ਹਾਂ ਕਿ ਸਾਡੇ ਕੋਈ ਪੰਥਕ ਤੇ ਆਪਸੀ ਜਿਹੜੇ ਮਤਭੇਦ ਨੇ ਉਹਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਨਹੀਂ ਆ ਰਹੀ। ਇਹ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਸਾਨੂੰ ਇਸ ਵੇਲੇ ਅਸੀਂ ਫੇਸ ਕਰਦੇ ਪਏ। ਤੁਹਾਨੂੰ ਲੱਗਦਾ ਕਿ ਅਸੀਂ ਅਗਰ ਇੱਕ ਐਸੀ ਸਿਆਸੀ ਧਿਰ ਖੜੀ ਕਰ ਦਈਏ ਜਿਹੜੀ ਕਿ ਇਸ ਇਲੈਕਸ਼ਨ ਦੇ ਵਿੱਚ ਆਵੇ, ਤੁਹਾਨੂੰ ਲੱਗਦਾ ਕਿ ਕੋਈ ਐਸੀ ਪਾਰਟੀ ਦਾ ਤੁਸੀਂ ਸਾਨੂੰ ਦੱਸੋ ਕਿ ਜਿਹੜੀ ਇਸ ਵੇਲੇ ਤੁਹਾਨੂੰ ਲੱਗਦਾ ਕਿ 2017 ਦੀਆਂ ਚੋਣਾਂ ਦੇ ਵਿੱਚ ਸਾਡੇ ਪੰਥਕ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਦਰਪੇਸ਼ ਕਰਦੇ ਹੋਏ ਖੜੇਗੀ? ਬੀਬਾ ਜੀ, ਇਸ ਵੇਲੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਜੀ, ਇਹ ਕੁਝ ਵੀ ਕਹਿਣਾ ਇਸ ਸੰਬੰਧ ਦੇ ਵਿੱਚ ਔਖਾ। ਖਾਲਸਾ ਪੰਥ ਨੂੰ ਜਿਹੜੀਆਂ ਦਰਪੇਸ਼ ਮੁਸ਼ਕਲਾਂ ਨੇ, ਇਹਦਾ ਜਿਹੜਾ ਕੈਨਵਸ ਆ ਬਹੁਤ ਵੱਡਾ। ਬਿਲਕੁਲ। ਇੱਕ ਤਾਂ ਸਾਡੀ ਜਿਹੜੀ ਹੋਂਦ ਆ ਉਹਨੂੰ ਖਤਰਾ, ਦੂਸਰਾ ਜਿਹੜੀ ਸਾਡੀ ਸਮਾਜਿਕ ਹਾਲਾਤ ਆ, ਸਾਡੇ ਆਰਥਿਕ ਹਾਲਾਤ ਆ, ਇਹ ਸਾਰਿਆਂ ਨੂੰ ਵਿਚਾਰਨ ਨੂੰ ਜੇ ਤਾਂ ਖਾਲਸਾ ਪੰਥ ਕਿਸੇ ਪਲੇਟਫਾਰਮ ਤੇ ਇਕੱਤਰ ਹੋ ਕੇ ਕੋਈ ਫੈਸਲਾ ਕਰੇ ਤਾਂ ਠੀਕ ਆ। ਮੈਂ ਫੇਰ ਉਹੀ ਮੇਰਾ ਜਵਾਬ ਹੋਏਗਾ ਕਿ ਇਸ ਗੱਲ ਨੂੰ ਵਿਚਾਰਨ ਵਾਸਤੇ ਅਲੱਗ ਸਭਾਵਾਂ ਦੀ, ਅਲੱਗ ਮੀਟਿੰਗ ਦੀ ਲੋੜ ਹੋਏਗੀ, ਕਿਉਂਕਿ ਜੇ ਅਸੀਂ ਇਸ ਗੱਲ ਨੂੰ ਜਿਹੜੀਆਂ 2017 ਦੀਆਂ ਚੋਣਾਂ ਇਹਨੂੰ ਅਸੀਂ ਜੇ ਸਰਬੱਤ ਖਾਲਸਾ ਦੇ ਵਿੱਚੋਂ ਦੇਖਣ ਲੱਗ ਪਏ ਤੇ ਉਹ ਸਾਡਾ ਜਿਹੜਾ ਇੰਸਟੀਚਿਊਟ ਆ ਉਹਦਾ ਨੁਕਸਾਨ ਹੋਏਗਾ। ਕਿਉਂਕਿ ਸਰਬੱਤ ਖਾਲਸੇ ਦੇ ਵਿੱਚ ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨਮਾਈ ਥੱਲੇ ਕਹਿ ਲਓ ਜਿਹੜਾ ਇਹ ਹੁੰਦਾ, ਉਹਦੇ ਵਿੱਚ ਹਰ ਇੱਕ ਸਿੱਖੀ ਜਿਹੜਾ ਹੈਗਾ, ਚਾਹੇ ਉਹ ਅਕਾਲੀ ਆ, ਉਹ ਕਾਂਗਰਸੀ ਆ, ਜਾਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਉਹ ਸੰਬੰਧ ਰੱਖਦਾ ਹੋਵੇ, ਉਹਦੇ ਵਿੱਚ ਉਹਨਾਂ ਨੂੰ ਆਉਣ ਦਾ ਅਧਿਕਾਰ ਵੀ ਹੈਗਾ, ਉਹ ਆ ਵੀ ਸਕਦੇ ਆ। ਜਿਵੇਂ ਪਿਛਲੇ ਦਿਨਾਂ 'ਚ ਕੋਈ ਕਾਂਗਰਸ ਦੇ ਵੀ ਕਾਫੀ, ਹਾਲਾਂਕਿ ਇਸ ਗੱਲ ਤੇ ਰੌਲਾ ਬੜਾ ਪਿਆ ਕਿ ਕਾਂਗਰਸੀ ਉੱਥੇ ਕਿਉਂ ਗਏ ਸੀਗੇ, ਜਾਂ ਬਹੁਜਨ ਸਮਾਜ ਪਾਰਟੀ ਦੇ ਵੀ ਸੀਨੀਅਰ ਲੀਡਰਸ਼ਿਪ ਜਿਹੜੀ ਉੱਥੇ ਪਹੁੰਚੀ ਹੋਈ ਸੀ, ਇਹ ਇੱਕ ਸਿੱਖਾਂ ਦਾ ਇਕੱਠ ਸੀਗਾ, ਨਾ ਕਿ ਕੋਈ। ਹਾਂ, ਅਗਰ ਉਸ ਇਕੱਠ ਦੇ ਵਿੱਚ ਸਰਬੱਤ ਖਾਲਸੇ ਦੇ ਵਿੱਚ ਖਾਲਸਾ ਪੰਥ ਆਪਣਾ ਕੋਈ ਰਾਜਸੀ ਨਿਸ਼ਾਨਾ ਮਿਥ ਲੈਂਦਾ ਤੇ ਫੇਰ ਅਲੱਗ ਗੱਲ ਆ। ਅਦਰਵਾਈਜ਼ ਜਿਹੜੀਆਂ 2017 ਦੀਆਂ ਇਲੈਕਸ਼ਨਾਂ, ਜਿਵੇਂ ਤੁਸੀਂ ਦੱਸਿਆ, ਮੇਰਾ ਫਿਰ ਉਹੀ ਜਵਾਬ ਹੋਏਗਾ ਕਿ ਅਜੇ ਸਾਲ ਡੇਢ ਸਾਲ ਰਹਿੰਦਾ ਤੇ ਅਜੇ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਵਿੱਚ ਵੀ ਕਾਫੀ ਡਿਸਰਸ਼ਨਸ ਹੈਗੀਆਂ, ਡਿਵੀਜ਼ਨਸ ਹੈਗੀਆਂ, ਤੇ ਕਾਂਗਰਸ ਜਿਹੜੀ ਹੈਗੀ ਆ ਉਹਦਾ ਜਿਹੜਾ ਲੀਡਰ ਆ ਉਹ ਅਜੇ ਨਵੇਂ ਤੌਰ ਤੇ ਅੱਜ ਜਾਂ ਸ਼ਾਇਦ 15 ਤਰੀਕ ਨੂੰ ਉਹਨਾਂ ਦੀ ਤਾਜਪੋਸ਼ੀ ਹੋਣੀ ਆ। ਤੇ ਅਕਾਲੀ ਦਲ ਵਾਲੇ ਇਹ ਬੁਰੀ ਤਰ੍ਹਾਂ ਮਤਲਬ ਇਹਨਾਂ ਨੂੰ ਮਾਰ ਪਏਗੀ ਸੰਗਤ ਦੀ, ਇਸ ਲਈ ਜੋ ਇਹਨਾਂ ਨੇ ਖਾਲਸਾ ਪੰਥ ਦੇ ਨਾਲ ਬਿਹੇਵੀਅਰ ਕੀਤਾ, ਜਿੰਨੇ ਜਿਹੜੇ ਇੰਸਟੀਚਿਊਸ਼ਨਸ ਹੈਗੇ ਖਾਲਸਾ ਪੰਥ ਦੇ, ਉਹਨਾਂ ਨੇ ਬਿਲਕੁਲ ਤਹਿਸ ਨਹਿਸ ਕਰ ਦਿੱਤੇ ਆ। ਤੇ ਸੰਗਤ ਜਿਹੜੇ ਸਿੱਖ ਵੋਟਰਸ ਨੇ, ਲੱਗਦਾ ਹੈ ਕਿ ਇਹਨਾਂ ਨੂੰ ਸਬਕ ਸਿਖਾਉਣਗੇ, ਪਰ ਇਹ ਅਜੇ ਕੁਝ ਕਹਿਣਾ ਸਮੇਂ ਤੋਂ ਪਹਿਲਾਂ ਵਾਲੀ ਗੱਲ ਹੋਏਗੀ। ਬਿਲਕੁਲ ਬਿਲਕੁਲ। ਮੈਂ ਵੀਰ ਜੀ, ਪਰ ਅਸੀਂ ਜਿਸ ਤਰ੍ਹਾਂ ਤੁਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ, ਤੁਸੀਂ ਐਟ ਅ ਪੋਜੀਸ਼ਨ ਕਿ ਤੁਸੀਂ ਵੀ ਡਿਸੀਜਨਸ ਲੈ ਸਕਦੇ ਕਾਫੀ ਚੀਜ਼ਾਂ ਤੇ, ਅਸੀਂ ਤਾਂ ਸਿਰਫ ਇਹੀ ਆਸ ਕਰਦੇ ਕਿਉਂਕਿ ਈਵਨ ਦੋ 1.5 ਸਾਲ ਰਹਿ ਗਿਆ ਹੈ, ਪਰ ਇਸ ਤੇ ਇਹੀ ਆਸ ਕਰਦੇ ਕਿ ਤੁਸੀਂ ਜਿਹੜੀਆਂ ਸਾਡੀਆਂ ਪੰਥਕ ਧਿਰਾਂ ਨੇ, ਉਹਨਾਂ ਦੇ ਆਪਸੀ ਮਤਭੇਦ ਨੇ, ਉਹਨਾਂ ਨੂੰ ਪਿੱਛੇ ਕਰਕੇ ਤੁਸੀਂ ਉਹਨੂੰ ਮਿਲਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਉਹਨੂੰ ਇੱਕ ਪਲੇਟਫਾਰਮ ਤੇ ਲੈ ਕੇ ਆਓ ਤਾਂ ਕਿ ਸਾਡੀ ਆਪਣੀ ਕੋਈ ਸਿਆਸੀ ਧਿਰ, ਆਪਣੀ ਕੋਈ ਰਾਜਨੀਤੀ ਹੋਵੇ, ਅਸੀਂ ਵੀ ਖੜ ਸਕੀਏ 2017 ਦੀਆਂ ਚੋਣਾਂ ਦੇ ਵਿੱਚ। ਸੋ ਇਹੀ ਤੁਹਾਡੇ ਕੋਲ ਵੀ ਆਸ ਕਰਦੇ ਹਾਂ। ਸੋ ਵੀਰ ਜੀ, ਹੁਣ ਜੀ ਹੈਲੋ, ਹਾਂਜੀ, ਸਾਡੀ ਕੋਸ਼ਿਸ਼ ਹੋਏਗੀ ਅਸੀਂ ਜਿਹੜੀਆਂ ਖਾਲਸਾ ਪੰਥ ਦੀਆਂ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਕੌਮ ਦੀ ਜਾਂ ਪੰਥ ਦੀ ਗੱਲ ਅੱਗੇ ਲੈ ਕੇ ਚੱਲਦੀਆਂ, ਉਹਨਾਂ ਦੇ ਨਾਲ ਅਸੀਂ ਸੰਪਰਕ ਵਿੱਚ ਵੀ ਹਾਂ, ਉਹਨਾਂ ਨਾਲ
ਆਉਣ ਵਾਲੇ ਸਮੇਂ 'ਚ ਅਸੀਂ ਯਤਨ ਵੀ ਕਰਾਂਗੇ ਕੋਈ ਅਜਿਹਾ ਬੰਨ ਨੂੰ ਵੱਧ ਜਾਵੇ ਜਿਹਦੇ ਨਾਲ ਜਿਹੜੀ ਕੌਮ ਦੀ ਗੱਲ ਆ ਉਹ ਅੱਗੇ ਪਾਸੇ ਚੱਲ ਸਕੇ। ਪਰ ਅਜੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਦੀ ਲੋੜ ਆ, ਬਹੁਤ ਜ਼ਿਆਦਾ ਯਤਨ ਕਰਨੇ ਪੈਣਗੇ। ਅਜੇ ਤਾਈਂ ਕੋਈ ਸੌਖਾ ਨਹੀਂ, ਕਿਉਂਕਿ ਇਹਦਾ ਜਿਹੜਾ ਹੈਗਾ ਇਸ ਕੈਨਵਸ ਨੂੰ ਬਿਲਡ ਕਰਨ ਨੂੰ ਕਦੀ ਇਕੱਲੇ ਵੋਟਰਾਂ ਦੀ ਲੋੜ ਨਹੀਂ ਹੈਗੀ। ਇਹਦੇ ਵਿੱਚ ਮੈਨੇਜਮੈਂਟ, ਪੈਸਾ, ਫਿਰ ਲੋਕ ਤਰ੍ਹਾਂ ਤਰ੍ਹਾਂ ਦੇ ਜਿਹੜੇ ਕਿ ਸਾਰੀ ਸਿਚੁਏਸ਼ਨ ਨੂੰ ਅੱਗੇ ਲਿਜਾ ਸਕਣ ਤੇ ਜਿਹੜੀਆਂ ਪੰਥਕ ਧਿਰਾਂ ਕੌਮ ਦੇ ਨਿਸ਼ਾਨੇ ਪ੍ਰਤੀ ਸੁਦ੍ਰਿੜ ਹਨ ਜਾਂ ਹੋਣਗੀਆਂ, ਉਹਨਾਂ ਦੇ ਕੋਲ ਜਿਹੜੇ ਸੋਰਸਿਸ ਆ ਉਹ ਲੈਕ ਕਰਦੇ ਆ ਤੇ ਅਜੇ ਤਾਈਂ ਸੰਭਾਵਨਾਵਾਂ ਇਹਦੀਆਂ ਬਹੁਤ ਘੱਟ ਨੇ। ਹਾਂ, ਯਤਨ ਜ਼ਰੂਰ ਕਰਨਾ ਚਾਹੀਦਾ ਅਗਰ ਕੋਈ ਧਿਰਾਂ ਜਿਹੜੀਆਂ ਸਾਹਮਣੇ ਆ ਜਾਣ ਤੇ ਕੋਈ ਜਿਹੜੀ ਗੱਲ ਹੈ ਉਹ ਅੱਗੇ ਮੂਵ ਹੋ ਸਕਦੀ ਹੈ। ਜੀ ਬਿਲਕੁਲ। ਤੇ ਵੀਰ ਜੀ ਹੁਣ ਇਸ ਦੇ ਨਾਲ ਅਸੀਂ ਇੱਕ ਖੁਸ਼ਖਬਰੀ ਵੀ ਲੋਕਾਂ ਆਪਣੇ ਦਰਸ਼ਕਾਂ ਨੂੰ ਦੇਣਾ ਚਾਹੁੰਦੇ, ਜਿਸ ਸਾਰੇ ਜਾਣਦੇ ਕਿ ਤੁਸੀਂ ਵੀ ਜਾਣਦੇ ਕਿ ਸਿੱਖ ਕਲੀਜਨ ਦੇ ਹਾਰਡ ਵਰਕ ਕਾਰਨ ਕੈਪਟਨ ਸਿਮਰਨਪਾਲ ਸਿੰਘ 30 ਡੇਜ਼ ਦੇ ਲਈ ਚਾਹੇ ਉਹ ਟੈਂਪਰੇਰੀ US ਮਿਲਟਰੀ ਦੇ ਵਿੱਚ ਉਹ ਸਰਵ ਕਰਨਗੇ। US ਮਿਲਟਰੀ ਨੇ ਇਹ ਐਲੀ ਸਿੱਖੀ ਸਟੂਪ ਦੇ ਵਿੱਚ ਜਿਹੜਾ ਪਹਿਲਾ ਦਰਵਾਜ਼ਾ ਖੋਲਿਆ ਸਿੱਖਾਂ ਦੇ ਲਈ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਹ ਇੱਕ ਬਹੁਤ ਸ਼ਲਾਘਾਯੋਗ ਕਦਮ ਆ। ਇਹਦੇ ਵਿੱਚ ਇਕੱਲੀ ਕਿਸੇ ਇੱਕ ਜਥੇਬੰਦੀ ਦਾ ਰੋਲ ਨਹੀਂ ਹੈ, ਉਹਦੇ ਵਿੱਚ ਬਾਕੀ ਵੀ ਸਾਰੀਆਂ ਜਿਹੜੀਆਂ ਜਥੇਬੰਦੀਆਂ, ਯੂਨਾਈਟਿਡ ਸਿੱਖਸ, ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ, ਸਮੇਂ ਤੋਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਹੈਗੀਆਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ। ਹਾਂ, ਸਿੱਖ ਕੋਲੀਸ਼ਨ ਨੇ ਇਸ਼ੂ ਪਹਿਲਾਂ ਤੋਂ ਲਿਆ ਹੋਇਆ ਤੇ ਆਉਣ ਵਾਲੇ ਦਿਨਾਂ 'ਚ ਸਾਡਾ ਵੀ ਐਜ਼ ਏ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਵੀ, ਕਿਉਂਕਿ ਜਿਹੜੇ ਸਾਡੇ ਚੇਅਰਮੈਨ ਨੇ, ਕੋ ਚੇਅਰ ਨੇ ਜੌਨ ਗਰਮੈਂਡੀ, ਉਹ ਜਿਹੜੀ ਡਿਫੈਂਸ ਦੀ ਕਮੇਟੀ ਆ ਉਹਦੇ ਤੇ ਵੀ ਕਾਫੀ ਇੱਕ ਜ਼ਿੰਮੇਵਾਰ ਅਹੁਦੇ ਤੇ ਨੇ। ਸੋ ਪਿਛਲੇ ਦਿਨਾਂ ਤੋਂ ਅਸੀਂ ਉਹਨਾਂ ਨੂੰ ਵੀ ਇਹਦੇ ਬਾਰੇ ਬੇਨਤੀ ਕੀਤੀ ਹੈ, ਜਾਂ ਬਾਕੀ ਜਿਹੜੇ ਕੋ ਚੇਅਰ ਨੇ, ਕਾਂਗਰਸ ਦੇ ਮੈਂਬਰ ਨੇ, ਉਹ ਵੀ ਆਪਣੇ ਤੌਰ ਤੇ ਕਾਫੀ ਹਮਦਰਦੀ ਭਰਿਆ ਇਹਦੇ ਨਾਲ ਵਤੀਰਾ ਰੱਖਦੇ ਆ। ਪਰ ਜਿਨ੍ਹਾਂ ਵੀ ਜਥੇਬੰਦੀਆਂ ਨੇ ਹੁਣ ਤੱਕ ਇਹ ਕਾਰਜ ਕੀਤਾ ਜਾਂ ਜਿਹੜੇ ਇਸ ਕੰਮ 'ਚ ਲੱਗੇ ਹੋਏ ਨੇ, ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ ਔਰ ਪੰਥ ਨੂੰ ਮਤਲਬ ਇਹ ਨਵੀਆਂ ਲੀਹਾਂ ਤੇ ਜਿਹੜੇ ਸਾਡੇ ਸਿੱਖ ਬੱਚੇ ਜਿਹੜੇ ਆ ਫੌਜ ਵਿੱਚ ਜਾਣਾ ਚਾਹੁੰਦੇ ਆ, ਉਹਨਾਂ ਨੂੰ ਆਪਣੇ ਧਰਮ ਦੇ ਨਾਲ ਜੋੜ ਕੇ ਰੱਖ ਕੇ ਅੱਗੇ ਲੈ ਕੇ ਜਾਣਗੇ। ਤੇ ਜਿਹੜਾ ਖਦਸ਼ਾ ਹੈਗਾ ਮਤਲਬ ਫੌਜ ਦੇ ਵਿੱਚ ਜਾਂ ਫੌਜੀ ਅਧਿਕਾਰੀਆਂ ਨੂੰ, ਉਹ ਹਮੇਸ਼ਾ ਜਿਹੜੀ ਗੈਸ ਤੇ ਜਿਹੜੇ ਮਾਸਕਸ ਹੁੰਦੇ ਉਹਨਾਂ ਦਾ ਹੁੰਦਾ। ਉਹਦੇ ਲਈ ਪਿਛਲੇ ਲੰਬੇ ਸਮੇਂ ਤੋਂ ਹਿੰਦੁਸਤਾਨ ਦੇ ਵਿੱਚ ਜਾਂ ਦੂਸਰੇ ਮੁਲਕਾਂ 'ਚ ਜਿਹਨਾਂ ਫੌਜੀਆਂ ਨੇ ਸਰਵ ਕੀਤਾ ਹੈਗਾ, ਅਸੀਂ ਉਹਦੀ ਇੱਕ ਰਿਪੋਰਟ ਤਿਆਰ ਕੀਤੀ ਹੋਈ ਆ। ਉਹਦੇ ਵਿੱਚ ਸਿਰ ਦੇ ਜਾਂ ਦਾੜੀ ਦੇ ਜਿਹੜੇ ਕੇਸ ਨੇ ਉਹ ਕੋਈ ਰੋਕ ਜਾਂ ਰੁਕਾਵਟ ਨਹੀਂ ਪਾਉਂਦੇ। ਇਹਨਾਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ। ਪੁਲਿਸ ਦੇ ਵਿੱਚ ਵੀ ਇੱਥੇ ਸਾਡੇ ਕੈਲੀਫੋਰਨੀਆ 'ਚ ਵੀ ਇੱਕ ਨੌਜਵਾਨ ਜਿਹੜਾ ਉਹ ਪੁਲਿਸ ਦੇ ਵਿੱਚ ਹੈ, ਉਸ ਨੂੰ ਵੀ ਇਸ ਗੱਲ ਦਾ ਪੂਰਾ ਤਜਰਬਾ ਹੈ ਕਿ ਅਗਰ ਗੈਸ ਮਾਸਕ ਪਾਉਣਾ ਪੈਂਦਾ ਤਾਂ ਉਹ ਕਿੱਦਾਂ ਪਾਇਆ ਜਾ ਸਕਦਾ। ਉਹ ਸਿੱਖਾਂ ਨੇ ਇਹਦੀ ਇੱਕ ਆਪਣੀ ਕਾਰਡ ਕੱਢੀ ਹੋਈ ਹੈ। ਆਉਣ ਵਾਲੇ ਦਿਨਾਂ 'ਚ ਇਹਦੇ ਵਾਸਤੇ ਹੋਰ ਵਿਚਾਰਾਂ ਕਰਕੇ ਅਸੀਂ ਇਹਨੂੰ ਅੱਗੇ ਤੋਰਨ ਦਾ ਯਤਨ ਕਰਾਂਗੇ। ਔਰ ਇਹ ਫੌਜ ਨੇ ਜਿਹੜਾ ਉਹਨੂੰ 1 ਮਹੀਨੇ ਵਾਸਤੇ ਅਲਾਉ ਕੀਤਾ, ਅਸੀਂ ਆਸ ਕਰਦੇ ਹਾਂ ਫੌਜੀ ਅਧਿਕਾਰੀਆਂ ਪਾਸੋਂ ਵੀ ਜਾਂ ਜਿਹੜੇ ਹੋਰ ਇਹਦੇ ਨਾਲ ਫੈਸਲੇ ਦੇ ਨਾਲ ਸੰਬੰਧਿਤ ਲੋਕ ਨੇ ਕਿ ਇਹ ਸਿੱਖਾਂ ਦੀ ਜਿਹੜੀ ਬੜੇ ਚਿਰ ਦੀ ਮੰਗ ਆ ਉਸ ਨੂੰ ਪੂਰਾ ਕੀਤਾ ਜਾਵੇ। ਅਤੇ ਜਿਤਨਾ ਵੀ ਹੁਣ ਤੱਕ ਕੰਮ ਇੱਥੇ ਹੋਏ ਜਾਂ ਜਿਸ ਕਿਸੇ ਨੇ ਵੀ, ਜਿਸ ਜਥੇਬੰਦੀ ਨੇ ਵੀ ਇਹ ਕੰਮ ਕੀਤਾ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਔਰ ਉਹਨਾਂ ਆਸ ਰੱਖਦੇ ਹਾਂ ਕਿ ਉਹ ਇਸੇ ਹੀ ਜ਼ੀਲ ਦੇ ਨਾਲ ਜਿਹੜਾ ਅੱਗੇ ਆ ਉਹ ਮਿਹਨਤ ਕਰਦੇ ਰਹਿਣਗੇ। ਜੀ ਬਿਲਕੁਲ ਵੀਰ ਜੀ, ਤੁਸੀਂ ਕੈਲੀਫੋਰਨੀਆ ਦੀ ਗੱਲ ਕੀਤੀ, ਆਈ ਨੂੰ ਤੁਸੀਂ ਸ਼ੈਰਿਫ ਅਮਨਦੀਪ ਦੀ ਗੱਲ ਕਰ ਰਹੇ ਹੋ, ਅਸੀਂ ਉਹਨਾਂ ਨੂੰ ਵੀ ਵਧਾਈ ਦਿੰਦੇ ਹਾਂ ਤੇ ਆਲਸੋ ਜਿਸ ਤਰ੍ਹਾਂ ਕੈਪਟਨ ਸਿਮਰਨਪਾਲ ਸਿੰਘ ਦੇ ਪੂਰੇ ਪਰਿਵਾਰ ਨੂੰ ਵੀ ਅਸੀਂ TV 84 ਰਾਹੀਂ ਵਧਾਈ ਦਿੰਦੇ ਹਾਂ। ਬਿਲਕੁਲ ਜੀ, ਸਾਰਿਆਂ ਨੂੰ ਵਧਾਈ ਦਿੰਦੇ ਹਾਂ ਕਿ ਐਲੀ ਸਰ ਨੇ ਇੱਕ ਟੈਂਪਰੇਰੀ 30 ਡੇਜ਼ ਦਾ ਦਰਵਾਜ਼ਾ ਖੋਲਿਆ, ਪਰ ਅਸੀਂ ਚਾਹੁੰਦੇ ਕਿ ਪਰਮਾਨੈਂਟ ਦਰਵਾਜ਼ਾ ਸਾਰੇ ਬਾਕੀ ਸਿੱਖੀ ਸੂਪ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਬਣ ਜਾਏ। ਸੋ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਲੈਣੇ ਤੁਹਾਡੇ ਕੋਲ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।